हाँ जी, गुड मॉर्निंग एवरीवन। माय नेम इज़ दीपक गुप्ता एंड आई वेलकम यू ऑल ऑन द क्लासेस ऑफ करियर क्वेस्ट पटियाला। ਸੋ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਸੀਰੀਜ਼ ਫੋਲੋ ਕਰ ਰਹੇ ਹੋਵੋਗੇ। ਤੇ ਅੱਜ ਦਾ ਜੋ ਆਪਣਾ ਟੌਪਿਕ ਰਹੇਗਾ ਜਾਂ ਅੱਜ ਦਾ ਲੈਕਚਰ ਪੂਰਾ ਜਿਸ ਦੇ ਉੱਪਰ ਬੇਸਡ ਰਹੇਗਾ, SBI ਦਾ ਪੇਪਰ ਡਿਸਕਸ ਕਰਨ ਲੱਗੇ ਆਪਾਂ। ਪ੍ਰੋਬੇਸ਼ਨਰੀ ਆਫੀਸਰ ਦਾ ਸਾਲ ਕਿਹੜਾ ਹੈ 2020। ਤੇ ਪਹਿਲਾਂ ਹੀ ਵੀਡੀਓ ਦੀ ਸਟਾਰਟਿੰਗ 'ਚ ਦੱਸਦਾ ਮੈਂ ਕਿ ਜਿਹੜਾ ਇਹ ਪੇਪਰ ਹੋਏਗਾ ਪੂਰਾ ਦਾ ਪੂਰਾ ਮੈਮਰੀ ਬੇਸਡ ਪੇਪਰ ਹੁੰਦਾ ਹੈ, ਠੀਕ ਹੈ। ਐਗਜ਼ੈਕਟ ਕੁਐਸਚਨ ਨਹੀਂ ਹੁੰਦੇ, ਠੀਕ ਹੈ। ਕੁਝ ਐਗਜ਼ੈਕਟ ਹੋ ਸਕਦੇ ਆ, ਕੁਝ ਰਿਲੇਟਿਡ ਹੁੰਦਾ ਹੈ, ਜਾਂ ਜਿਵੇਂ ਆਪਾਂ ਸੀਰੀਜ਼ ਦੀ ਗੱਲ ਕਰਦੇ ਹਾਂ ਤਾਂ ਪੈਟਰਨ ਰਲਦਾ ਮਿਲਦਾ ਜਾ ਹੁੰਦਾ ਹੈ, ਠੀਕ ਹੈ। ਸੋ ਪਿਛਲੀ ਦੋ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਹੈ ਕਿ ਤੁਸੀਂ ਅਗਰ ਬੈਂਕ ਦਾ ਪੇਪਰ ਦੇਣ ਜਾ ਰਹੇ ਹੋ ਤਾਂ ਤੁਸੀਂ ਉਸ ਨੂੰ ਅਟੈਂਪਟ ਕਰਨਾ ਕਿਵੇਂ ਹੈ, ਠੀਕ ਹੈ। ਸਟਾਰਟਿੰਗ ਕਿੱਥੋਂ ਕਰੋਗੇ? ਸਿੰਪਲੀਫਿਕੇਸ਼ਨ ਨਹੀਂ ਹੈ ਫਿਰ ਤੁਸੀਂ ਕੁਆਡਰੈਟਿਕ ਇਕੁਏਸ਼ਨ ਕਰੋਗੇ। ਕੁਆਡਰੈਟਿਕ ਇਕੁਏਸ਼ਨ ਵੀ ਨਹੀਂ ਹੈ ਫਿਰ ਤੁਸੀਂ ਸੀਰੀਜ਼ ਕਰੋਗੇ, ਠੀਕ ਹੈ। ਇਹ ਤਿੰਨ ਟੌਪਿਕਸ ਦੇ ਵਿੱਚੋਂ ਦੋ ਟੌਪਿਕ ਤਾਂ ਪੇਪਰ ਦੇ ਵਿੱਚ ਪੱਕਾ ਹੋਣਗੇ ਹੀ ਹੋਣਗੇ। ਉਸ ਤੋਂ ਬਾਅਦ ਇਹ ਦੋ ਟੌਪਿਕ ਜਾਂ ਤਿੰਨ ਟੌਪਿਕ ਕਰਕੇ ਜਿਹੜਾ ਵੀ ਆਪਣਾ ਬਚੇਗਾ, DIs ਬਚ ਗਏ ਤੇ ਅਰਥਮੈਟਿਕ ਬਚ ਗਿਆ। ਜਿਸ ਦੀ DIs ਸਟਰੋਂਗ ਨੇ ਉਹ DI ਕਰ ਲੇ, ਨਹੀਂ ਤਾਂ ਫਿਰ ਅਰਥਮੈਟਿਕ ਸੈਕਸ਼ਨ ਤੁਸੀਂ ਅਟੈਂਪਟ ਕਰ ਸਕਦੇ ਹੋ, ਠੀਕ ਹੈ ਜੀ। ਸੋ ਜ਼ਿਆਦਾ ਟਾਈਮ ਵੇਸਟ ਆਪਾਂ ਨਾ ਕਰਦੇ ਹੋਏ ਕੁਐਸਚਨਸ ਤੋਂ ਸਟਾਰਟ ਕਰਦੇ ਹਾਂ। ਤਾਂ ਉਵੇਂ ਹੀ ਪੇਪਰ ਅੱਜ ਵੀ ਆਪਾਂ ਅਟੈਂਪਟ ਕਰਾਂਗੇ। ਕੁਆਡਰੈਟਿਕ ਦੇਖਾਂਗੇ, ਸਿੰਪਲੀਫਿਕੇਸ਼ਨ ਦੇਖਾਂਗੇ, ਸੀਰੀਜ਼ ਦੇਖਾਂਗੇ, ਜੋ ਜੋ ਪੇਪਰ ਦੇ ਵਿੱਚ ਹੋਏਗਾ, ਠੀਕ ਹੈ। ਚਲੋ, ਅਰਥਮੈਟਿਕ ਪਹਿਲਾਂ ਨਹੀਂ ਕਰਨਾ, ਆਖਰੀ ਦੇ ਵਿੱਚ ਅਰਥਮੈਟਿਕ ਕਰਾਂਗੇ। ਚਲੋ ਜੀ, ਹੁਣ ਜਿਵੇਂ ਆਪਣਾ ਪਹਿਲਾ ਕੁਐਸਚਨ ਤੁਸੀਂ ਬੋਰਡ ਤੇ ਦੇਖ ਪਾ ਰਹੇ ਹੋ, ਕੁਆਡਰੈਟਿਕ ਦਾ ਕੁਐਸਚਨ ਹੈ, ਠੀਕ ਹੈ। ਸੋ ਹੁਣ ਕੁਐਸਚਨ ਕੀ ਕਹਿ ਰਹੇ? ਇਨ ਈਚ ਕੁਐਸਚਨ ਟੂ ਇਕੁਏਸ਼ਨਸ ਨੰਬਰਡ 1 ਐਂਡ 2 are given, you should solve both the equations and mark appropriate answer, ਠੀਕ ਹੈ। ਤਾਂ ਤੁਸੀਂ ਕੀ ਕਰੋਗੇ? ਇਹ ਦੋ ਦੇ ਰੂਟਸ ਕੱਢੋਗੇ, ਜੋ ਵੀ ਵੈਲਿਊਜ਼ ਆਣਗੀਆਂ ਤੁਸੀਂ ਦੇਖੋਗੇ A ਆਪਸ਼ਨ ਸੈਟੀਸਫਾਈ ਕਰੇਗਾ, B ਕਰੇਗਾ, C ਕਰੇਗਾ ਐਂਡ ਸੋ ਔਨ, ਠੀਕ ਹੈ। ਸੋ ਹੁਣ ਤੁਹਾਨੂੰ ਪਿਛਲੇ ਲੈਕਚਰ ਦੇ ਵਿੱਚ ਦੱਸਿਆ ਸੀਗਾ ਆਲਰੇਡੀ ਕਿ ਤੁਸੀਂ ਇਹਨਾਂ ਕੁਐਸਚਨਸ ਨੂੰ ਕਰਨਾ ਕਿਵੇਂ ਹੈ। ਪਹਿਲੀ ਗੱਲ ਤਾਂ ਤੁਹਾਨੂੰ ਅਗਰ ਸ਼ਾਰਟ ਟ੍ਰਿਕ ਆਂਦੀ ਹੈ, ਸ਼ਾਰਟ ਟ੍ਰਿਕ ਲਗਾਣੀ ਹੈ ਤੇ ਸ਼ਾਰਟ ਟ੍ਰਿਕ ਲਗਾਓਗੇ ਕਿਵੇਂ? ਸਾਈਨਸ ਦੇਖ ਕੇ ਲਗਾਉਂਗੇ, ਠੀਕ ਹੈ। ਸੋ ਸਾਈਨਸ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇੱਕ ਵਾਰ ਦੁਬਾਰਾ ਫੇਰ ਲਿਖ ਦੇਣਾ ਮੈਂ, ਪਲੱਸ ਮਾਈਨਸ ਪਲੱਸ ਮਾਈਨਸ ਪਲੱਸ ਪਲੱਸ ਮਾਈਨਸ ਮਾਈਨਸ। ਬੇਸਿਕਲੀ ਜੋ ਲੈਫਟ ਸਾਈਡ ਤੇ ਹੁੰਦਾ ਹੈ ਇਹ ਕਿਹੜੇ ਸਾਈਨਸ ਹੁੰਦੇ ਨੇ ਜੋ ਤੁਹਾਨੂੰ ਕੁਐਸਚਨ ਦੇ ਵਿੱਚ ਗਿਵਨ ਹੁੰਦੇ ਨੇ, ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜੇ ਰੂਟਸ ਹੁੰਦੇ ਆ, ਰੂਟਸ ਤੁਹਾਡੇ ਕਿਹੜੇ ਕਿਹੜੇ ਬਣਨਗੇ? ਮਾਈਨਸ ਮਾਈਨਸ ਪਲੱਸ ਪਲੱਸ ਮਾਈਨਸ ਪਲੱਸ ਪਲੱਸ ਮਾਈਨਸ, ਠੀਕ ਹੈ। ਸੋ ਇਹ ਤੁਹਾਡੇ ਕੋਲ ਕੀ ਬਣਨਗੇ? ਇਹਨਾਂ ਸਾਈਨਸ ਵਾਲੇ ਰੂਟ ਬਣਨਗੇ, ਠੀਕ ਹੈ। ਹੁਣ ਪਹਿਲਾ ਕੁਐਸਚਨ ਆਪਾਂ ਦੇਖਦੇ ਹਾਂ। ਪਹਿਲੀ ਕੁਐਸਚਨ ਦਾ ਪਹਿਲੀ ਇਕੁਏਸ਼ਨ ਕੀ ਹੈ? x² - 7x + 10, ਠੀਕ ਹੈ। ਸੋ ਤੁਹਾਨੂੰ ਕਿਵੇਂ ਦੱਸਿਆ ਸੀਗਾ? C ਨੂੰ ਤੁਸੀਂ A ਦੇ ਕੋਐਫੀਸ਼ੀਐਂਟ ਨਾਲ ਮਲਟੀਪਲਾਈ ਕਰਨਾ ਹੈ, ਠੀਕ ਹੈ। ਉਸ ਤੋਂ ਬਾਅਦ ਮਲਟੀਪਲਾਈ ਕਰਕੇ ਜਿੰਨਾ ਆ ਗਿਆ 10 ਆ ਗਿਆ। ਤਾਂ ਹੁਣ B ਨੂੰ ਤੁਸੀਂ ਉਸ ਤਰੀਕੇ ਦੇ ਨਾਲ ਬ੍ਰੇਕ ਕਰੋਗੇ ਕਿ ਪਲੱਸ ਮਾਈਨਸ ਕਰਕੇ ਤਾਂ ਮੇਰੇ ਕੋਲ 7 ਆਵੇ, ਬਟ ਮਲਟੀਪਲਾਈ ਕਰਕੇ ਮੇਰੇ ਕੋਲ A ਤੇ C ਦਾ ਪ੍ਰੋਡਕਟ ਆਵੇ, ਠੀਕ ਹੈ। ਸੋ ਹੁਣ ਪ੍ਰੋਡਕਟ ਕਿੰਨਾ ਆਇਆ? 10 ਪਲੱਸ ਮਾਈਨਸ ਕਰਕੇ ਕਿੰਨਾ ਆਉਣਾ ਚਾਹੀਦਾ ਹੈ? 7। ਬਹੁਤ ਈਜ਼ੀ ਹੈ, ਠੀਕ ਹੈ। 5 ਤੇ 2, 5 ਨੂੰ ਮੈਂ 2 ਨਾਲ ਮਲਟੀਪਲਾਈ ਕਰਿਆ, ਕਿੰਨਾ ਆ ਗਿਆ? 10 ਆ ਗਿਆ। 5 ਦੇ ਵਿੱਚ 2 ਐਡ ਕੀਤਾ ਤਾਂ ਕਿੰਨਾ ਆ ਗਿਆ? 7 ਆ ਗਿਆ, ਠੀਕ ਹੈ। ਸੋ ਹੁਣ ਆਪਾਂ ਦੇਖਦੇ ਕਿ ਸਾਈਨਸ ਬਹੁਤ ਇੰਪੋਰਟੈਂਟ ਰੋਲ ਪਲੇ ਕਰਨਗੇ, ਠੀਕ ਹੈ। ਸੋ ਸਾਈਨਸ ਕਿਹੜੇ ਫੋਲੋ ਕਰਨਗੇ? ਮਾਈਨਸ ਪਲੱਸ ਹੈ, ਠੀਕ ਹੈ। ਸੋ ਮਾਈਨਸ ਪਲੱਸ ਕਿੱਥੇ ਹੈ ਤੁਹਾਡਾ? ਆ ਸੀ। ਸੋ ਸਾਈਨ ਜਿਹੜੇ ਇਸ ਦੇ ਆਣਗੇ ਦੋਨੋਂ ਦੇ ਦੋਨੋਂ ਕੀ ਹੋਣਗੇ? ਪੋਜ਼ਿਟਿਵ ਆਣਗੇ। ਤੇ ਵੈਲਿਊਜ਼ ਆਪਾਂ ਦੇਖੀਆਂ ਹੈ x ਦੀਆਂ ਕਿਹੜੀਆਂ ਕਿਹੜੀਆਂ ਆਈਆਂ ਨੇ? 5 ਐਂਡ 2, ਠੀਕ ਹੈ। ਇੰਨੀ ਕੁ ਚੀਜ਼ ਸਮਝ ਆ ਗਈ। ਹੁਣ ਆਪਾਂ ਗੱਲ ਕਰਦੇ ਹਾਂ ਦੂਸਰੀ ਇਕੁਏਸ਼ਨ। ਦੂਸਰੀ ਇਕੁਏਸ਼ਨ ਦੇ ਵਿੱਚ ਮਾਈਨਸ ਮਾਈਨਸ ਹੈ, ਮਾਈਨਸ ਮਾਈਨਸ ਆ ਸੀਗਾ, ਠੀਕ ਹੈ। ਤਾਂ ਹੁਣ ਇਸ ਦੇ ਜਿਹੜੇ ਰੂਟਸ ਆਣਗੇ, ਇੱਕ ਪੋਜ਼ਿਟਿਵ ਦਾ ਆਏਗਾ, ਇੱਕ ਨੈਗੇਟਿਵ ਦਾ ਆਏਗਾ। ਚਲੋ ਹੁਣ ਆਪਾਂ ਫੈਕਟਰਸ ਦੀ ਗੱਲ ਕਰਦੇ ਹਾਂ। 3 ਨੂੰ 1 ਦੇ ਨਾਲ ਮਲਟੀਪਲਾਈ ਕੀਤਾ ਤਾਂ ਕਿੰਨਾ ਹੋ ਗਿਆ? 3, ਠੀਕ ਹੈ। ਮਾਈਨਸ ਦਾ 2 ਆਪਾਂ ਨੂੰ ਚਾਹੀਦਾ ਹੈ, ਠੀਕ ਹੈ, ਮਲਟੀਪਲਾਈ ਕਰਕੇ। 2 ਨੂੰ ਇਸ ਤਰੀਕੇ ਨਾਲ ਬ੍ਰੇਕ ਕਰਾਂਗੇ ਕਿ ਪਲੱਸ ਮਾਈਨਸ ਕਰਕੇ 2 ਬਣੇ, ਮਲਟੀਪਲਾਈ ਕਰਕੇ 3 ਬਣੇ, ਠੀਕ ਹੈ। ਸੋ ਹੁਣ ਇੱਥੇ ਕੀ ਕਰ ਸਕਦਾ ਮੈਂ? ਕਿਆ ਕੁਛ ਇਹ ਫੈਕਟਰ ਬਣ ਸਕਦੇ ਹੈ? -3 + 1। -3 ਨੂੰ 1 ਦੇ ਨਾਲ ਮਲਟੀਪਲਾਈ ਕੀਤਾ, ਮੇਰੇ ਕੋਲ ਮਾਈਨਸ ਦਾ 3 ਆ ਗਿਆ, ਠੀਕ ਹੈ। -3 ਦੇ ਵਿੱਚੋਂ +1 ਕਰਤਾ, ਠੀਕ ਹੈ। ਤਾਂ ਆਪਣੇ ਕੋਲ ਕਿੰਨਾ ਆ ਗਿਆ? -2 ਆ ਗਿਆ, ਠੀਕ ਹੈ। ਮਾਈਨਸ ਹੋ ਗਿਆ, ਨਾਲੇ
ਸਾਈਨ ਕਿਹੜਾ ਲੱਗ ਗਿਆ, ਬੜੇ ਨੰਬਰ ਵਾਲਾ ਸਾਈਨ ਲੱਗ ਗਿਆ। ਠੀਕ ਹੈ, ਸੋ ਹੁਣ ਇੱਥੇ ਆਪਣੇ ਜੋ ਫੈਕਟਰਸ ਆ ਗਏ -3 + 1। ਠੀਕ ਹੈ, ਫਿਲਹਾਲ ਇਹ ਹੈ ਬਟ ਉਲਟੇ ਹੋ ਜਾਂਦੇ ਨੇ ਹਨਾ। ਤਾਂ ਹੁਣ ਆਪਣਾ ਜੋ 3 ਹੈ ਉਹ ਕੀ ਹੋ ਜਾਏਗਾ, ਪੋਜ਼ਿਟਿਵ ਦਾ ਹੋ ਜਾਏਗਾ, -1 3 -1। ਸੋ ਹੁਣ ਆਪਾਂ ਕੰਪੇਅਰ ਕਰਾਂਗੇ ਫਿਰ ਇਸ ਨੂੰ। 5 बड़ा है, ये भी बड़ा है। ठीक है, 3 इधर बड़ा आ गया, ये इधर बड़ा आ गया 2। ठीक है, तो कोई भी अपन एग्जैक्ट इमेज नहीं मिल रही है इथों दी, या एग्जैक्ट सोल्यूशन नहीं मिल रहा कि एक जगह ਤਾਂ ਕੀ है y बड़ा है, बाकी सारी जगह ਕੀ है x बड़ा। ਤਾਂ ਰਿਲੇਸ਼ਨ ਆਪਣਾ ਡਿਫਾਈਨ ਨਹੀਂ ਹੋਇਆ, ਆਪਾਂ ਟਿਕ ਕਿਹੜਾ ਲਗਾ ਦਾਂਗੇ, 5th ऑप्शन टिक लगा देंगे। ठीक है, सो उम्मीद करता सब पहला क्वेश्चन बहुत अच्छे तरीके से समझ आया होगा। जिसनों आ गया हो प्लीज़ कमेंट सेक्शन दे विच यस सर करके अपनी अटेंडेंस लगाओ। चलो नैक्सट क्वेश्चन, 2 मिनट का टाइम है थोड़े को, 2 मिनट तो वैसे मैं ज़्यादा बोल रहा, 30 सेकेंड का टाइम है। जल्दी फैक्टर बना के दसो कॉमेंट सेक्शन दे विच की आंसर आएगा। हाँ जी, सो साइन अगर तुसी याद होगा तुसी कोई ही बार लिख लो कॉपी के उपर, मैं इत्थे बार बार लिखी जाऊंगा। ठीक है, केड़े केड़े होंगे साइन, प्लस माइनस प्लस माइनस प्लस प्लस माइनस माइनस, आगे माइनस माइनस प्लस प्लस माइनस प्लस प्लस माइनस, यही होंगे साइन। तो हुण इत्थे क्वेश्चन दे विच माइनस प्लस है, माइनस प्लस है, यानी कि यह है। ठीक है, तो हुण दोनों के जिहड़े अपने रूट्स आएंगे दोनों के दोनों की होंगे, पॉजिटिव होंगे। ठीक है, सो हुण इहदे आपां अगर फैक्टर्स की गल करिए, 143 नूं एक्स के कोफिशिएंट नाल मल्टीप्लाई किया कितना आ गया, 143 ही। ठीक है, सो 22 नूं हुण मैं ब्रेक करना है, 22 नूं मैं ब्रेक जो करूँगा, 22 नहीं सॉरी 24 है। ठीक है, सो 24 नूं अगर मैं ब्रेक किया तो किवें ब्रेक करूँगा। ठीक है, सो हुण ब्रेक करन लगे भी तुसीं ध्यान रखना है यूनिट डिजिट का। ठीक है, किवें 143 आपां नूं चाहीदा है, 3 तुहाडा कदों बनता है जदों तुसीं दो नंबर्स नूं मल्टीप्लाई करते हो। एक केस दे विच ही 3 बनता है, सिर्फ 3 × 1, इस तो इलावा यह 7 × 9 करके बनता है 63। ठीक है, 63 का यूनिट डिजिट कितना हो गया 3, या फिर 1 × 3 करके बन जाएगा। ठीक है, इस तो इलावा तो आई डोंट थिंक कि किते होर बनेगा। ठीक है, सो हुण इसनूं मैं किवें ब्रेक करा, 24 नूं रैंडमली वैल्यूज आप चक चक के भी देख सकते हैं, अगर थोड़ी कैलकुलेशन थोड़ी तेज है, कॉमन सेंस लगा लोगे पेपर दे विच। 11 ते 13। ठीक है, 11 दे विच 13 जोड़िया कितना आ गया, 24 आ गया। 11 नूं 13 दे नाल मल्टीप्लाई किया कितना आ गया, 143। तो पहली जो इक्वेशन है इस दे रूट्स मेरे को किन्ने किन्ने आ गए, एंड 13। ठीक है, हुण आपां गल करदे हां दूसरी इक्वेशन दी। दूसरी इक्वेशन भी बहुत ईजी है, दोनों दे दोनों रूट्स की ने पॉजिटिव दे आएंगे। 210 नूं मल्टीप्लाई किया कितना आ गया, 210 ही आएगा। तो हुण इसनूं आपां ब्रेक करना है। ठीक है, पिछे जीरो चाहिए आपां नूं, जीरो हमेशा कदों बनेगी, या तो 5 × 2 करके, या किसी भी नंबर नूं आपां जीरो नाल मल्टीप्लाई करके। ठीक है, या 5 × 4 करके, या 5 × 6 करके। ठीक है, सो एवें ही जीरो बनती है। तो हुण अगर मैं इत्थे देखा 29 नूं किवें ब्रेक करके, कुछ भी रैंडम वैल्यू चक लो, 15 16, 29 नहीं बनया, 15 14, 15 14 कितना बन गया, नाल तो 29 भी बन गया, नाले मल्टीप्लाई करके कितना आ गया, 210 भी आ गया। सो 15 14 15 14। ठीक है, सो हुण जो वाई है थोड़ा हर केस दे विच की है, बड़ा है, तो तुसी ऑप्शन केड़ा टिक लगा दोगे, सी ऑप्शन टिक लगा दोगे, ते नैक्सट क्वेश्चन ते मूव कर जाओगे। ठीक है, चलो हुण नैक्सट क्वेश्चन भी अपना की है, क्वाड्रेटिक दा ही है। ठीक है,
ਸੋ ਹੁਣ ਇਹ ਕੁਐਸਚਨ ਵੀ ਤੁਸੀਂ ਟਰਾਈ ਕਰੋ ਜਲਦੀ। ਸੌਰੀ ਫॉर द इंटरप्शन। ਚਲੋ ਸੋ ਹੁਣ ਜਿਸ ਕਿਸੇ ਨੂੰ 13 ਦਾ ਟੇਬਲ ਆਂਦਾ ਹੋਊਗਾ ਪਹਿਲੀ ਇਕੁਏਸ਼ਨ ਤਾਂ ਉसी ਦੇ ਨਾਲ ਹੀ ਸੋਲਵ ਹੋ ਜਾਏਗੀ। ਠੀਕ ਹੈ, ਦੂਸਰੀ ਇਕੁਏਸ਼ਨ ਵੀ ਸੋਲਵ ਕਰਨੀ ਬਹੁਤ ਜ਼ਿਆਦਾ ਈਜ਼ੀ ਹੈ, ਬਟ ਇਸ ਦੇ ਵਿੱਚ ਸਾਈਨ ਦਾ ਧਿਆਨ ਰੱਖਣਾ ਹੈ। ਠੀਕ ਹੈ, ਤੁਸੀਂ ਇਹਨੇ ਸੋਲਵ ਕਰੋ, ਮੈਂ ਕੀ ਕਰਦਾ ਹਾਂ ਸਾਈਨ ਲਿਖ ਲੈਣਾ। ਚਲੋ ਇਹੀ ਸਾਈਨ ਆਣਗੇ। ਸੋ ਹੁਣ ਮੇਰੇ ਕੋਲ ਕੁਐਸਚਨ ਦੇ ਵਿੱਚ ਕੀ ਹੈ, ਸਾਰੇ ਪੋਜ਼ਿਟਿਵ। ਠੀਕ ਹੈ, ਸਾਰੇ ਪੋਜ਼ਿਟਿਵ ਨੇ ਅਗਰ, ਤਾਂ ਮੇਰੇ ਕੋਲ ਜੋ ਸਾਈਨ ਆਣਗੇ ਜਾਂ ਰੂਟਸ ਦੇ ਕਿਹੜੇ ਆਣਗੇ, ਮਾਈਨਸ ਮਾਈਨਸ। ਹੁਣ ਆਪਾਂ ਗੱਲ ਕਰਦੇ ਹਾਂ ਨੰਬਰ ਦੀ। 117 ਕਦੋਂ ਆਏਗਾ, 13 into 9 ਜਦੋਂ ਕਰੋਗੇ ਕਿੰਨਾ ਆ ਜਾਏਗਾ, 117। ਠੀਕ ਹੈ, ਹੋ ਸਕਦਾ ਕਿਸੇ ਹੋਰ ਨਾਲ ਵੀ ਆਂਦਾ ਹੋਵੇ, ਬਟ 13 ਚ ਜਦੋਂ ਮੈਂ 9 ਜੋੜਿਆ ਮੇਰੇ ਕੋਲ ਨੰਬਰ ਆ ਵੀ ਕਿੰਨਾ ਗਿਆ, 22 ਆ ਗਿਆ। ਦੈਟ ਮੀਨਸ ਜੋ ਮੇਰੇ ਪਹਿਲੇ ਫੈਕਟਰ ਹੋਣਗੇ ਕਿਹੜਾ ਹੋ ਗਿਆ, ਮਾਈਨਸ ਦਾ 13 ਮਾਈਨਸ ਦਾ 9। ਸੋ ਹੁਣ ਜਲਦੀ ਐਵੇਂ ਹੀ ਆਪਾਂ ਦੂਸਰਾ ਵੀ ਸੋਲਵ ਕਰਾਂਗੇ। 132 ਨੂੰ ਹੁਣ ਕਿਵੇਂ ਆਪਾਂ ਲੈ ਕੇ ਆ ਸਕਦੇ ਹਾਂ। ਠੀਕ ਹੈ, 23 ਹੈ ਇੱਧਰ, ਸੋ 11 ਐਂਡ 12 ਹੋ ਸਕਦਾ ਹੈ ਇੱਕ ਨੰਬਰ, ਕਿਉਂਕਿ ਮੈਂ ਤੁਹਾਨੂੰ ਕੀ ਦੱਸਿਆ ਸੀਗਾ 23 ਕਦੋਂ ਬਣੇਗਾ ਯਾਰ, ਜਿਵੇਂ ਹੈ ਨਾ ਪਲੱਸ ਮਾਈਨਸ ਕਰਕੇ ਹੀ ਆਪਾਂ ਦੇਖਣਾ ਹੈ। ਸੋ 11 ਤੇ ਕੀ ਹੋ ਗਿਆ 12, ਸੋ ਕੁਝ ਇਹੀ ਆਏਗਾ ਫੈक्टर। ਸੋ ਹੁਣ -13 -11 ਬੜਾ ਹੈ, -12 ਬੜਾ ਹੈ। ਹੁਣ ਇੱਧਰ ਕੀ ਹੈ, ਇਹ ਬੜਾ ਹੈ, ਤਾਂ 2 ਦੇ ਵਿੱਚ ਕੀ ਹੈ, x ਬੜਾ ਹੋ ਗਿਆ, 2 ਦੇ ਵਿੱਚ y ਬੜਾ ਹੋ ਗਿਆ, ਤਾਂ ਟਿਕ ਕਿਹੜਾ ਲਗਾਵਾਂਗੇ ਆਪਾਂ, e। ਠੀਕ ਹੈ, ਚਲੋ ਨੈਕਸਟ ਕੁਐਸਚਨ। ਇਹ ਕੁਐਸਚਨ ਜਲਦੀ ਸਕਰੀਨਸ਼ਾਟ ਖਿੱਚ ਲਓ, 4th ਕੁਐਸਚਨ ਹੈ ਇਹ। ਕੁਐਸਚਨ ਤੁਹਾਡੇ ਲਈ ਹੋਮਵਰਕ ਹੈ, ਨੈਕਸਟ ਕੁਐਸਚਨ ਆਪਾਂ ਡਿਸਕਸ ਕਰਾਂਗੇ। ਸਕਰੀਨਸ਼ਾਟ ਖਿੱਚ ਲਓ ਪਲੀਜ਼, ਤੇ ਗਰੁੱਪ ਦਾ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਆਪਣਾ ਆਨਸਰ ਜ਼ਰੂਰ ਮੈਂਸ਼ਨ ਕਰਨਾ ਹੈ ਤੁਸੀਂ ਸਭ ਨੇ। ਠੀਕ ਹੈ ਜੀ, ਕਰੀਏ ਨੈਕਸਟ ਮੂਵ। ਚਲੋ ਹੁਣ ਇਹ ਕੁਐਸਚਨ ਦੇਖੋ, ਇਹ ਵੀ ਕੁਆਡਰੈਟਿਕ ਦਾ ਹੀ ਕੁਐਸਚਨ ਹੈ। ਸੋ ਹੁਣ ਇਸ ਕੁਐਸਚਨ ਦੇ ਵਿੱਚ ਕੀ ਹੈ, x² ਮਾਈਨਸ 12x ਪਲੱਸ 32। ਠੀਕ ਹੈ, ਉਸ ਤੋਂ ਬਾਅਦ y² ਮਾਈਨਸ 20y ਪਲੱਸ 96। ਤਾਂ ਹੁਣ ਮਾਈਨਸ ਪਲੱਸ ਹੈ, ਯਾਨੀ ਕਿ ਮੇਰੇ ਜਿਹੜੇ ਦੋਨੋਂ ਰੂਟਸ ਆਣਗੇ ਉਹ ਕੀ ਹੋਣਗੇ, ਪੋਜ਼ਿਟਿਵ ਦੇ ਹੋਣਗੇ। ਠੀਕ ਹੈ, ਦੋਨੋਂ ਰੂਟਸ ਜਿਹੜੇ ਆਣਗੇ ਕਿਹੜੇ ਹੋਣਗੇ, ਪੋਜ਼ਿਟਿਵ ਦੇ ਹੋਣਗੇ। ਹੁਣ ਅਗਰ ਮੈਂ x ਦੀ ਗੱਲ ਕਰਾਂ, 32 ਨੂੰ 1 ਦੇ ਨਾਲ ਮਲਟੀਪਲਾਈ ਕਰਨਾ ਹੈ। ਠੀਕ ਹੈ, 32 ਤੁਹਾਡਾ ਬਣੇਗਾ ਕਿਵੇਂ, 16 into 2 ਕਰਕੇ, 8 into 4 ਕਰਕੇ। ਠੀਕ ਹੈ, ਕੁਝ ਹੋਰ ਤਾਂ ਜਾਂਦਾ ਨਹੀਂ ਹੈਗਾ 32। ਸੋ ਹੁਣ 8 into 4 ਕੀਤਾ ਤਾਂ 12 ਆ ਗਿਆ। 16 ਦੇ ਵਿੱਚੋਂ ਅਗਰ ਮੈਂ 2 ਮਾਈਨਸ ਵੀ ਕਰਾਂ, ਠੀਕ ਹੈ, ਤਾਂ ਵੀ ਮੇਰੇ ਕੋਲ 14 ਆਏਗਾ। ਠੀਕ ਹੈ, 32 ਤਾਂ ਬਣ ਗਿਆ, ਲੇਕਿਨ 14 ਨਹੀਂ ਚਾਹੀਦਾ ਨਾ ਆਪਾਂ ਨੂੰ, ਚਾਹੀਦਾ ਕਿੰਨਾ ਹੈ, 12। ਠੀਕ ਹੈ, ਤਾਂ ਪਹਿਲੇ ਦੇ ਜੋ ਆਪਣੇ ਰੂਟਸ ਆਣਗੇ ਕਿਹੜੇ ਕਿਹੜੇ ਆਣਗੇ, 8 ਤੇ 4। ਠੀਕ ਹੈ, ਐਵੇਂ ਹੀ ਜਲਦੀ ਤੋਂ ਆਪਾਂ ਦੂਸਰਾ ਵੀ ਕਰ ਲੈਣਾ ਹੈ। ਦੂਸਰਾ ਕੀ ਹੈ, 96। 12 ਦਾ ਟੇਬਲ ਆਂਦਾ ਹੋਊਗਾ, ਸੋ ਕਿੰਨਾ ਹੁੰਦਾ, 12 into 8 ਕਿੰਨਾ ਹੁੰਦਾ, 96। ਸੋ 12 ਦੇ ਵਿੱਚ ਅਗਰ ਮੈਂ 8 ਐਡ ਕਰੂੰਗਾ ਤਾਂ ਮੇਰੇ ਕੋਲ ਕਿੰਨਾ ਹੋ ਜਾਏਗਾ, 20। ਤਾਂ ਮੇਰੇ ਰੂਟਸ ਇੱਥੇ ਕਿੰਨਾ ਆ ਗਏ, 12 8 12 8। ਠੀਕ ਹੈ, ਸੋ ਹੁਣ ਕੰਪੇਅਰ ਕਰਾਂਗੇ ਆਪਾਂ। 8 12 बड़ा है, 8 बराबर है, इधर 12 बड़ा है, 8 बड़ा है। सो अपना जो आंसर हो जाएगा y या तो बराबर है या फिर बड़ा है x तो। ठीक है, y इज ग्रेटर देन और इक्वल टू x, तो ऑप्शन नंबर डी अपना की है आंसर हो जाएगा। ठीक है जी, समझ आ गया, यह क्वेश्चन भी बहुत ज़्यादा ईजी है। सो क्वाड्रेटिक पेपर ਦੇ ਵਿੱਚ ਆਂਦੀ ਹੀ ਆਂਦੀ ਹੈ, ज़्यादातर चांसेस ने कि आएगी ही आएगी। ठीक है, इधर इट इज अ बीओ और बैंक क्लर्क। ठीक है, चलो ਨੈਕਸਟ ਕੁਐਸਚਨ ਦੇਖਦੇ ਆ ਆਪਣੇ ਕੋਲ ਹੁਣ ਕਿਸ ਟੌਪਿਕ ਦਾ ਹੈ। ਅਰਥਮੈਟਿਕ ਆਪਾਂ ਪਹਿਲਾ ਅਟੈਂਪਟ ਨਹੀਂ ਕਰਨਾ। ਸੋ ਹੁਣ ਇਹ ਕਿਹੜਾ ਆ ਗਿਆ, ਟ੍ਰੇਨਸ ਦਾ। ਫਿਲਹਾਲ ਇਸ ਨੂੰ ਆਪਾਂ ਸਕਿਪ ਕਰਕੇ ਚੱਲਾਂਗੇ। ਅਗਲਾ ਕੁਐਸਚਨ ਮੈਂਸੂਰੇਸ਼ਨ ਦਾ ਆ ਗਿਆ, ਇਸ ਨੂੰ ਵੀ ਸਕਿਪ ਕਰ ਦਾਂਗੇ। ਠੀਕ ਹੈ,
ਉਸ ਤੋਂ ਬਾਅਦ परसेंटेज ਦਾ ਹੈ, ਇਸ ਨੂੰ ਵੀ ਸਕਿਪ ਕਰਾਂਗੇ। ਫਿਰ ਆਪਣੇ ਕੋਲ ਆ ਗਿਆ ਪ੍ਰੋਬੇਬਿਲਿਟੀ ਦਾ ਕੁਐਸਚਨ, ਇਸ ਨੂੰ ਵੀ ਸਕਿਪ ਕਰ ਦਿਓ। ਹੁਣ ਆਪਣੇ ਕੋਲ ਜੋ ਆਇਆ ਹੈ, ਕਿਹੜਾ ਕੁਐਸਚਨ ਆਇਆ ਹੈ, ਰੋਂਗ ਨੰਬਰ ਸੀਰੀਜ਼ ਦਾ। ਠੀਕ ਹੈ, ਸੋ ਰੋਂਗ ਨੰਬਰ ਸੀਰੀਜ਼ 'ਚ ਵੀ ਤੁਸੀਂ ਕੀ ਕਰਨਾ ਹੈ, ਆਪਣਾ ਸਕੁਆਇਰ, ਕਿਊਬ, ਟੇਬਲਸ ਬਹੁਤ ਅੱਛੀ ਤਰੀਕੇ ਦੇ ਨਾਲ ਯਾਦ ਕਰਨੇ ਹੈ। ਸੋ ਹੁਣ ਕੁਐਸਚਨ ਕੀ ਹੈ, 5, 18, 34, 54, 79, 110, 158। ਠੀਕ ਹੈ, ਸੋ ਹੁਣ ਇਸ ਦੇ ਵਿੱਚ ਆਪਾਂ ਕੀ ਚੈੱਕ ਕਰ ਸਕਦੇ ਹਾਂ, ਰੈਕੋਗਨਾਈਜ਼ ਕਿਵੇਂ ਕਰਾਂਗੇ ਆਪਾਂ ਕਿ ਕੀ ਪੈਟਰਨ ਜਲਦੀ ਜਲਦੀ ਲੱਗ ਸਕਦਾ ਹੈ। ਇੱਥੇ ਨੰਬਰ ਕੀ ਹੈ, ਜ਼ਿਆਦਾ ਇੰਕਰੀਜ਼ ਨਹੀਂ ਹੋ ਰਿਹਾ, ਥੋੜਾ ਇੰਕਰੀਜ਼ ਹੋ ਰਿਹਾ ਹੈ। ਅਗਰ ਜ਼ਿਆਦਾ ਇੰਕਰੀਜ਼ ਹੁੰਦਾ ਤਾਂ ਮਲਟੀਪਲਾਈ ਦਾ ਨਿਸ਼ਾਨੀ ਹੁੰਦੀ ਹੈ। ਠੀਕ ਹੈ, ਬਟ ਹੁਣ ਇਸ ਕੁਐਸਚਨ ਦੇ ਵਿੱਚ ਕੀ ਹੈ, ਕਿੰਨੇ ਦਾ ਡਿਫਰੈਂਸ ਹੈ, 13 ਦਾ। ਫਿਰ ਉਸ ਤੋਂ ਬਾਅਦ ਕਿੰਨੇ ਦਾ ਡਿਫਰੈਂਸ ਆ ਗਿਆ, 16 ਦਾ। ਫਿਰ ਉਸ ਤੋਂ ਬਾਅਦ ਜੋ ਡਿਫਰੈਂਸ ਆ ਗਿਆ ਆਪਣੇ ਕੋਲ 20, ਅਗੇਨ ਤੁਹਾਡੇ ਕੋਲ ਡਿਫਰੈਂਸ ਆ ਗਿਆ 25। ਠੀਕ ਹੈ, ਸੋ ਹੁਣ ਤੁਸੀਂ ਇੱਥੇ ਪੈਟਰਨ ਦੇਖ ਸਕਦੇ ਹੋ, ਕਿਹੜਾ ਪੈਟਰਨ ਫੋਲੋ ਹੋ ਰਿਹਾ, 3, 4, 5, ਫਿਰ ਅੱਗੇ ਕਿਹੜਾ ਹੋਏਗਾ 6, 25 ਦੇ ਵਿੱਚ 6 ਐਡ ਕੀਤਾ 31, ਸੋ 31 ਤੁਸੀਂ ਐਡ ਕੀਤਾ 110 ਆ ਗਿਆ। ਠੀਕ ਹੈ, ਇੱਥੇ ਕਿੰਨਾ ਹੋਏਗਾ ਫਿਰ 7, ਇੱਥੇ ਕਿੰਨਾ ਹੋ ਜਾਏਗਾ 38। ਸੋ 38 ਮੈਂ ਐਡ ਕੀਤਾ ਤਾਂ ਮੇਰੇ ਕੋਲ ਜੋ ਆਨਸਰ ਆਣਾ ਚਾਹੀਦਾ ਸੀਗਾ, ਕਿੰਨਾ ਆਣਾ ਚਾਹੀਦਾ ਸੀਗਾ, 148, ਬਟ ਸੀਰੀਜ਼ ਦੇ ਵਿੱਚ ਦਿੱਤਾ ਕਿੰਨਾ ਹੋਇਆ 158। ਸੋ ਆਪਣਾ ਰੋਂਗ ਨੰਬਰ ਕਿਹੜਾ ਹੋ ਜਾਏਗਾ, ਈ ਆਪਸ਼ਨ 158। ਇਸ ਦੀ ਜਗ੍ਹਾ ਆਏਗਾ ਕਿੰਨਾ 148। 148 ਕੀ ਹੈ ਤੁਹਾਡਾ ਰਾਈਟ ਆਨਸਰ ਹੈ। ਠੀਕ ਹੈ, ਜਲਦੀ ਨੋਟ ਕਰ ਲਓ। ਚਲੋ ਨੈਕਸਟ ਕੁਐਸਚਨ, ਇਹ ਕੁਐਸਚਨ ਵੀ ਰੋਂਗ ਨੰਬਰ ਸੀਰੀਜ਼ ਦਾ ਹੀ ਹੈ। ਠੀਕ ਹੈ, ਕਰ ਲਓ ਟਰਾਈ ਇੱਕ ਵਾਰ। ਠੀਕ ਹੈ ਜੀ, ਸੋ ਇਸ 'ਚ ਵੀ ਕੀ ਹੈ, ਪਲੱਸ ਮਾਈਨਸ ਹੀ ਹੋ ਰਿਹਾ ਹੈ। ਠੀਕ ਹੈ, ਪਲੱਸ ਮਾਈਨਸ ਹੋ ਰਿਹਾ ਹੈ, ਮਲਟੀਪਲਾਈ ਨਹੀਂ ਹੁੰਦਾ ਦਿਖ ਰਿਹਾ। ਹੁਣ ਅਗਰ ਆਪਾਂ ਇੱਥੇ ਦੇਖੀਏ, ਪਹਿਲਾ ਤੁਹਾਡਾ ਪਲੱਸ ਦਾ ਕਿੰਨਾ ਹੋਇਆ 16, ਪਲੱਸ ਕਿੰਨਾ ਹੋ ਗਿਆ 16। ਫਿਰ ਉਸ ਤੋਂ ਬਾਅਦ ਤੁਹਾਡਾ ਕਿੰਨਾ ਹੋ ਗਿਆ ਮਾਈਨਸ 20, ਅਗੇਨ ਫਿਰ ਤੁਹਾਡਾ ਕਿੰਨਾ ਹੋ ਗਿਆ ਪਲੱਸ 24 ਅਗੇਨ। ਠੀਕ ਹੈ, ਸੋ ਉਸ ਤੋਂ ਬਾਅਦ ਮਾਈਨਸ ਦਾ 28। ਠੀਕ ਹੈ, ਸੋ ਹੁਣ ਦੇਖੀਏ ਕੀ ਹੈ, ਇੱਥੇ 4 ਦਾ ਡਿਫਰੈਂਸ ਚੱਲ ਰਿਹਾ। ਠੀਕ ਹੈ, 4 ਦਾ ਹੀ ਡਿਫਰੈਂਸ ਚੱਲ ਰਿਹਾ। ਸੋ ਇੱਥੇ ਕਿੰਨਾ ਆਣਾ ਚਾਹੀਦਾ ਸੀਗਾ, ਪਲੱਸ ਦਾ 32। ਠੀਕ ਹੈ, ਸੋ ਅਗਰ ਮੈਂ 104 ਦੇ ਵਿੱਚ 32 ਜੋੜੂੰਗਾ ਤਾਂ ਮੇਰੇ ਕੋਲ ਆਨਸਰ ਆਣਾ ਕਿੰਨਾ ਚਾਹੀਦਾ ਹੈ 136, ਬਟ ਦਿੱਤਾ ਮੈਨੂੰ ਸੀਰੀਜ਼ ਦੇ ਵਿੱਚ ਕਿੰਨਾ ਹੋਇਆ 134। ਠੀਕ ਹੈ, ਸੋ ਹੁਣ ਆਪਣਾ ਰਾਈਟ ਨੰਬਰ ਕਿਹੜਾ ਹੋਏਗਾ 136, ਬਟ ਆਪਸ਼ਨਸ ਦੇ ਵਿੱਚ ਆਪਾਂ ਕਿਹੜਾ ਚੂਜ਼ ਕਰਾਂਗੇ 134, यानी कि सी ऑप्शन अपना की है सही आंसर है इस क्वेश्चन ਲਈ। ਠੀਕ ਹੈ, ਹੁਣ ਅਗਰ ਮੈਂ ਇਸ ਨੂੰ ਫਰਦਰ ਵੀ ਚੈੱਕ ਕਰਨਾ, ਅੱਗੇ ਇੱਥੇ ਆਣਾ ਕਿੰਨਾ ਚਾਹੀਦਾ ਹੈ 36। ਠੀਕ ਹੈ ਜੀ, ਮਾਈਨਸ ਦਾ 36, ਸੋ 136 ਦੇ ਵਿੱਚੋਂ 36 ਮਾਈਨਸ ਕੀਤਾ, ਆਪਣੇ ਕੋਲ ਕਿੰਨਾ ਆ ਗਿਆ 100 ਆ ਗਿਆ। ਠੀਕ ਹੈ, ਸੋ ਪੇਪਰ ਦੇ ਵਿੱਚ ਵੀ ਐਵੇਂ ਹੀ ਆਪਾਂ ਜਲਦੀ ਜਲਦੀ ਸੀਰੀਜ਼ ਵਾਲੇ ਕੁਐਸਚਨ ਅਟੈਂਪਟ ਕਰਨੇ ਹੈ। ਅਗਲਾ ਕੁਐਸਚਨ ਵੀ ਸੀਰੀਜ਼ ਦਾ ਹੀ ਹੈ। ਹੁਣ ਇਹ ਕੁਐਸਚਨ ਕੀ ਹੈ, ਮਲਟੀਪਲਾਈ ਹੋਏਗਾ ਇਸ ਦੇ ਵਿੱਚ ਪੱਕਾ, ਕਿਉਂਕਿ ਨੰਬਰ ਕੀ ਹੈ ਇੱਕਦਮ ਤੋਂ ਜ਼ਿਆਦਾ ਜੰਪ ਕਰ ਰਿਹਾ ਹੈ। ਠੀਕ ਹੈ, ਸੋ ਹੁਣ ਇੱਥੇ ਕਿੰਨਾ ਆ ਜਾਏਗਾ ਫਿਰ ਤੁਹਾਡਾ 5, 6, 14, 45, 184, 920, 5556। ਸੋ ਕੁਝ ਇਹੀ ਹੈ ਨੰਬਰ ਆਪਣੇ ਕੋਲ। ਠੀਕ ਹੈ, ਸੋ 5 ਤੋਂ 6 ਕਿਵੇਂ ਜਾਇਆ ਜਾ ਸਕਦਾ ਹੈ, ਇੰਟੂ 1 + 1 ਕਰਕੇ। ਠੀਕ ਹੈ, 6 ਤੋਂ 14 ਕਿਵੇਂ ਜਾਇਆ ਜਾ ਸਕਦਾ ਹੈ, ਇੰਟੂ 2 + 2 ਕਰਕੇ। ਇੱਥੇ ਇੰਟੂ 3 42 + 3 45, ਫਿਰ ਇੰਟੂ 4 + 4। ਠੀਕ ਹੈ, 45 ਇੰਟੂ 4 ਕਿੰਨਾ ਹੁੰਦਾ ਹੈ 180,
180 प्लस 4 कितना हो गया 184। ਇੱਥੇ ਫਿਰ ਅਗਰ ਮੈਂ ਕੀਤਾ ਤਾਂ into 5, ਠੀਕ ਹੈ। ਸੋ ਇਹੀ ਨੰਬਰ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕੀ ਹੈ, ਗਲਤ ਹੈ। ਕਿਉਂ ਗਲਤ ਹੈ, ਕਿਵੇਂ ਪਤਾ ਲੱਗ ਜਾਣਾ ਚਾਹੀਦਾ ਹੈ? 4 ਨੂੰ 5 ਨਾਲ ਮਲਟੀਪਲਾਈ ਕੀਤਾ, ਕਿੰਨਾ ਆ ਗਿਆ, ਪਿੱਛੇ 0 ਆ ਗਿਆ ਨਾ ਯੂਨਿਟ ਡਿਜਿਟ, तो 0 ਦੇ ਵਿੱਚ 5 ਐਡ ਕੀਤਾ ਤਾਂ ਆਖਰੀ ਦੇ ਵਿੱਚ ਜੋ ਇਸ ਨੰਬਰ ਦੀ ਯੂਨਿਟ ਡਿਜਿਟ ਆਣੀ ਚਾਹੀਦੀ ਹੈ 5 ਆਣੀ ਚਾਹੀਦੀ ਹੈ, ਬਟ ਇੱਥੇ ਐਕਚੁਅਲ ਦੇ ਵਿੱਚ ਹੈ ਕਿੰਨੀ 0। ਠੀਕ ਹੈ, ਤਾਂ ਇਹ ਛੋਟੀ ਛੋਟੀ ਚੀਜ਼ਾਂ ਵੀ ਤੁਸੀਂ ਕੀ ਕਰਨੀ ਹੈ ਪੇਪਰ ਦੇ ਵਿੱਚ ਦਿਮਾਗ ਦੇ ਵਿੱਚ ਰੱਖਣੀ ਹੈ। ਠੀਕ ਹੈ, ਸੋ ਹੁਣ ਮੈਂ ਅੱਗੇ ਕੈਲਕੂਲੇਟ ਨਹੀਂ ਕੀਤਾ, 10 ਸੈਕਿੰਡ ਲੱਗੇ ਮੈਨੂੰ। ਠੀਕ ਹੈ, ਨਾਲ ਦੀ ਨਾਲ ਮੈਂ ਦੇਖ ਲਿਆ ਕਿ ਮੇਰਾ 920 ਕੀ ਹੈ, ਮੈਂ ਟਿਕ ਲਗਾ ਦੂੰਗਾ, ਨਾਲ ਦੀ ਨਾਲ ਨੈਕਸਟ ਕੁਐਸਚਨ ਤੇ ਮੂਵ ਕਰ ਜਾਊਂਗਾ। तो यही सब चीज़ों नाल अपनी पेपर दे विच स्पीड बनती है। एग्जैक्ट आंसर आपां नूं कोई उत्थे ज़्यादा नंबर नहीं दवान लग गया, नंबर आपां नूं पता चल गया कि हाँ 920 गलत है, दैट्स इट, टिक लगाओ, नैक्सट क्वेश्चन ते चलो। ठीक है, चलो हुण यही क्वेश्चन की है 10, 22, 35, 50, 68, 92, 117। 10, 22, 35, 50, 68, 92, 117। सो यही क्वेश्चन है। किन्ने दा डिफरेंस है? 12 का, 13, 15, 18, फिर उस तो बाद जो थोड़ा डिफरेंस आ जाएगा 24 का आ जाएगा, फिर 17 प्लस 8 कितना हो गया 25। ठीक है, सो यही 17, हाँ जी ठीक है, क्लियर हो गया। सो हुण इत्थों तुहानूं की पता चल रहा है, की डिफरेंस आ रहे हैं इस क्वेश्चन च? कोई सीरीज फॉलो हुंदी दिख रही है? हाँ जी, की फॉलो हो रही है? देखो डबल डिफरेंस की अगर आप गल करिए, एक का डिफरेंस है इत्थे, इत्थे किन्ने दा डिफरेंस है 2, इत्थे किन्ने दा है 3, तो कायदे नाल इत्थे किन्ने दा होना चाहिए सी 4 दा। ठीक है, तो 4 दा डिफरेंस नहीं है, इत्थे किन्ना आना चाहिए सी 22, जिस दे करके थोड़ा यह नंबर गलत हो गया। ठीक है, तो गलत नंबर थोड़ा केड़ा हो गया 92। ठीक है, सो हुण 4 सी इत्थे, इत्थे किन्ना आना सीगा चाहिए 22। सो हुण अगर इस दे विच मैं 22 ऐड किया तो इत्थे किन्ना होना चाहिए सीगा 90। ठीक है, सो इत्थे फिर थोड़ा किन्ना आना चाहिए सी 27। सो इत्थे तक 4 का डिफरेंस, फिर इन्हां दे विच डिफरेंस किन्ने दा आ गया 5 का। सो नंबर केड़ा गलत है 92, 92 की जगह आना केड़ा चाहिए सीगा 90। ठीक है, यह क्वेश्चन भी हो गया। चलो नेक्स्ट क्वेश्चन, हुण यह क्वेश्चन होमवर्क है थोड़े लिए, थोड़ा जा हिंट है, इस दे विच मल्टीप्लाई फॉलो होएगा। ठीक है, मल्टीप्लाई भी फॉलो होएगा तो थोनू उस दे विच कुछ ना कुछ छोटा जा नंबर ऐड भी करना पएगा, फिर जाके यही क्वेश्चन होएगा। तो कमेंट सैक्शन दे विच अपना कमेंट दसना है कि इस क्वेश्चन का आंसर मेरा आया कितना है। ठीक है, चलो फिर हुण उस तो बाद रॉन्ग दा होर कोई क्वेश्चन नहीं है। सो हुण अपने कोल जिहड़े 4-5 क्वेश्चन अर्थमैटिक दे बच्चे आपां उहनां नूं ही डिस्कस करांगे। अर्थमैटिक दे क्वेश्चन तुसीं अपनी प्रैपरेशन के हिसाब के नाल अटैम्प्ट करने हैं। एवें नहीं है कि अगर सर पहला पैरीमीटर मतलब एरिया का कर रहे हैं, मैंसुरेशन का कर रहे हैं तो वो करना है, फिर ट्रेन का करना है, जिवें जिसनूं जेड़ा टॉपिक ज़्यादा आंदा है, जिस दे ओवर थोड़ी कमांड अच्छी है, उसी नूं ही तुसीं अटैम्प्ट पहला करना है। ठीक है, तो क्वेश्चन देखो, ट्रेन का क्वेश्चन है, तो लेंथ ऑफ ट्रेन ए नाल नाल लिखी जाना है कि थोनू गिवन की है। थोनू लेंथ गिवन है किस दी, ए दी, कितनी है 400 मीटर, एंड लेंथ ऑफ ट्रेन बी इज एक्स मीटर मोर देन ट्रेन ए, यानी कि थोड़े कोल ट्रेन बी दी लेंथ कितनी है 400 दे विच कुछ ज़्यादा। ठीक है, सो यही गिवन है मैनू क्वेश्चन दे विच। इफ स्पीड ऑफ बोथ ट्रेन एंड बी इज इक्वल, यानी कि स्पीड दोनों की की है बराबर है, एंड दे क्रॉस अ पोल इन 16 सेकंड एंड 24 सेकंड रिस्पेक्टिवली। ठीक है, 16 सेकंड एंड 24 सेकंड रिस्पेक्टिवली। सो पोल नू क्रॉस करन दा मतलब, मैन नू क्रॉस करन दा मतलब की हुंदा है कि वो अपनी ही लेंथ कवर कर रहे हैं। ठीक है,
सो हुण इत्थों मैनूं एक छोटा जिहा हिंट मिल गया कि मेरे कोल टाइम भी आ गया, मेरे कोल लेंथ भी आ गई ए दी, तो मैं स्पीड कर सकदा। अगर मेरी ए दी स्पीड निकल गई, मैनूं क्वेश्चन च की कहा गया है कि मेरी बी दी स्पीड कितनी है, जिन्नी ए दी स्पीड है। ठीक है, सो हुण तुहानूं पता होना चाहिए है कि थोड़ा स्पीड का की फॉर्मूला हुंदा है, डिस्टेंस अपॉन टाइम। डिस्टेंस ट्रेन की लेंथ कितनी है 400, टाइम कितना है 16 सेकंड, कटिंग करके कितना आ गया 25 मीटर पर सेकंड। इतने तक क्लीयर हो गया। सो हुण तुहाडे कोल जो स्पीड है दोनों ट्रेन की कितनी है 25 मीटर पर सेकंड। क्लीयर हो गया इतने तक। फिर उस तो बाद मैनू होर अगे की कहा गया, then in what time train B will cross 400 मीटर लॉन्ग प्लेटफॉर्म। ठीक है, सो हुन ट्रेन बी की लेंथ कितनी है दिस वन। ठीक है, ट्रेन बी की स्पीड कितनी है 25। ठीक है, सो हुन आपां फाइंड करना है पहला ट्रेन बी की लेंथ। सो तुसी ट्रेन बी की लेंथ किवें फाइंड कर सकते हो। हुन ट्रेन बी भी की कर रही है 24 सेकंड दे विच एक पोल नू क्रॉस कर रही है। पोल नू क्रॉस करन दा मतलब की है, वो अपनी ही लेंथ कवर कर रही है। ठीक है, हुण अगर मैं गल करा डिस्टेंस का की फॉर्मूला हुंदा स्पीड इनटू टाइम। डिस्टेंस कितना है बी का 400 प्लस एक्स, स्पीड आपां कितनी कड्डी है 25, टाइम कितना है 24। सो कितना आ जाएगा 400 प्लस एक्स इज इक्वल टू 600। एक्स की वैल्यू मेरे को कितनी आ गई माइनस करके 200। ठीक है, सो हुण इत्थे अगर मैं पुट करदा तो मेरे को बी की लेंथ टोटल कितनी आ गई 600 मीटर। इत्थे तक समझ आ गया। ठीक है, हुण आपां करदे हां लास्ट लाइन की गल। लास्ट लाइन दे विच की क्या, जो ट्रेन बी है 400 मीटर लॉन्ग प्लेटफॉर्म नू की कर रही है, क्रॉस कर रही है। ठीक है, किन्ने टाइम दे विच क्रॉस करेगी। ठीक है, सो अगेन फॉर्मूला आपां की लगावांगे, टाइम दा लगा दो, डिस्टेंस अपॉन स्पीड। ठीक है, सो हुण टाइम नहीं पता, डिस्टेंस की है ट्रेन की लेंथ भी ऐड होएगी ते प्लेटफॉर्म की लेंथ भी ऐड होएगी। ट्रेन की आपां कितनी फाइंड की है बी की 600, 400, 400 किसकी लेंथ है प्लेटफॉर्म की लेंथ है, आज गिवन है। ठीक है, ते स्पीड कितनी कड्डी सी आपां 25, तो कितना आ गया 1000 अपॉन 25 यानी कि 40 सेकंड। तो इस क्वेश्चन का आंसर थोड़ा कितना हो गया 40 सेकंड। 40 सेकंड यानी कि बी ऑप्शन इज द करेक्ट ऑप्शन फॉर दिस क्वेश्चन। ठीक है, नोट करो जल्दी। चलो जी नेक्स्ट क्वेश्चन। नेक्स्ट क्वेश्चन अपने को है मेंसुरेशन का क्वेश्चन है, देखने च बहुत ज़्यादा आसान है। किवें करांगे पढ़ते हाँ। पेरीमीटर ऑफ रेक्टेंगल इज इक्वल टू पेरीमीटर ऑफ स्क्वायर। ठीक है, सो रेक्टेंगल पेरीमीटर कितना होंदा है 2l प्लस b इज इक्वल टू पेरीमीटर ऑफ स्क्वायर यानी कि 4a हुज एरिया इज 400 मीटर। सो तुहानूं पता होना चाहिए हुज का मतलब की होंदा, इस तो इजिट पहला यानी कि स्क्वायर। ठीक है, वो की कह रहे हैं कि स्क्वायर का एरिया कितना है 400 मीटर। ठीक है, सो हुण स्क्वायर का एरिया कितना होंदा है ए स्क्वायर, क्वेश्चन दे विच कितना है 400, तो अंडर रूट कर देंगे आपां दोनों साइड्स। अंडर रूट दे नाल स्क्वायर कट गया, ए दी वैल्यू कितनी आ जाएगी 20 सेंटीमीटर है या मीटर है सेंटीमीटर। ठीक है, ए दी वैल्यू कितनी आ गई थोड़े कोल 20। ठीक है, फिर उस तो बाद की क्या है एंड लेंथ ऑफ रेक्टेंगल इज 40% मोर देन द साइड ऑफ स्क्वायर। ठीक है, थोड़ी लेंथ है वो 40% ज्यादा है किथों साइड ऑफ स्क्वायर। सो ए दा मतलब की हुंदा है साइड, ये चीज तो पता ही होगी। ठीक है, रेक्टेंगल दी साइड मेरी 40% ज्यादा है किस तो स्क्वायर दी साइड तो हुण 20 दे विच तुसी 40% ऐड कर दो 20 दा,
ਤੁਹਾਡੇ ਕੋਲ ਰੈਕਟੈਂਗਲ ਦੀ ਕੀ ਆ ਜਾਏਗੀ, ਲੈਂਥ ਆ ਜਾਏਗੀ। ਸੋ ਇਸ ਨੂੰ ਸੋਲਵ ਕਰਕੇ ਮੇਰਾ ਸਾਰੇ ਨੂੰ ਕਿੰਨਾ ਆ ਜਾਏਗਾ 8। ਸੋ 20 ਦੇ ਵਿੱਚ ਮੈਂ ਅਗਰ 8 ਐਡ ਕਰ ਦੂੰਗਾ ਮੇਰੇ ਕੋਲ ਕਿੰਨਾ ਆ ਗਿਆ 28 ਸੈਂਟੀਮੀਟਰ ਲੈਂਥ ਆ ਗਈ। ਠੀਕ ਹੈ, ਹੁਣ ਮੇਰੇ ਕੋਲ ਲੈਂਥ ਵੀ ਆ ਗਈ, ਮੇਰੇ ਕੋਲ A ਦੀ ਵੈਲਿਊ ਵੀ ਹੈ, ਇੱਥੇ ਪੁੱਟ ਕਰਦਾ ਮੇਰੇ ਕੋਲ ਤਾਂ ਕਿ B ਦੀ ਵੈਲਿਊ ਆ ਜਾਏ। ਠੀਕ ਹੈ, ਸੋ 2 ਲੈਂਥ ਕਿੰਨੀ ਫਾਈਂਡ ਕੀਤੀ ਆਪਾਂ 28 ਪਲੱਸ B ਇਜ਼ ਇਕੁਅਲ ਟੂ 4 ਇੰਟੂ 20। ਠੀਕ ਹੈ, 2 ਦੇ ਨਾਲ ਇੱਥੇ ਆਪਾਂ ਕਟਿੰਗ ਕਰ ਦਈਏ 2 ਆ ਗਿਆ। ਠੀਕ ਹੈ, ਸੋ ਕੀ ਬਚੇਗਾ 28 ਪਲੱਸ B ਇਜ਼ ਇਕੁਅਲ ਟੂ 40। 28 ਉਧਰ ਜਾ ਕੇ ਮਾਈਨਸ ਹੋ ਜਾਏਗਾ, ਸੋ 40 ਮਾਈਨਸ 28 ਕਿੰਨਾ ਹੁੰਦਾ ਹੈ 12 ਸੈਂਟੀਮੀਟਰ। ਠੀਕ ਹੈ ਜੀ, ਇੱਥੇ ਤੱਕ ਸਮਝ ਆ ਗਿਆ। ਸੋ ਹੁਣ ਆਪਣੇ ਕੋਲ ਸਾਰੀ ਵੈਲਿਊਜ਼ ਨਿਕਲ ਗਈਆਂ। ਲਾਸਟ ਲਾਈਨ ਪੜ੍ਹਦੇ ਹਾਂ ਕੀ ਹੈ, ਦੈਨ ਫਾਈਂਡ ਦ ਏਰੀਆ ਆਫ ਰੈਕਟੈਂਗਲ। ਏਰੀਆ ਆਫ ਰੈਕਟੈਂਗਲ ਕੀ ਹੁੰਦਾ ਹੈ, ਏਰੀਆ ਆਫ ਰੈਕਟੈਂਗਲ, ਏਰੀਆ ਆਫ ਰੈਕਟੈਂਗਲ ਕੀ ਹੁੰਦਾ ਹੈ L ਇੰਟੂ B। L ਕਿੰਨਾ ਹੈ ਤੁਹਾਡੇ ਕੋਲ 28, B ਕਿੰਨਾ ਹੈ ਤੁਹਾਡੇ ਕੋਲ 12। ਸੋ 28 ਨੂੰ ਹੁਣ ਤੁਸੀਂ ਇੱਥੇ ਜਲਦੀ ਮਲਟੀਪਲਾਈ ਪੇਪਰ ਦੇ ਵਿੱਚ ਕਿਵੇਂ ਕਰਨਾ ਹੈ, ਕੁਝ ਐਵੇਂ 280 ਪਲੱਸ 56 ਇਹ 56 ਹੈ। ਠੀਕ ਹੈ, 56 ਫਿਰ 6 33, ਸੋ ਆंसर कितना आ गया 336 सेंटीमीटर स्क्वायर। सो डी ऑप्शन इज द राइट आंसर ऑफ दिस क्वेश्चन। ठीक है, चलो नोट करो जल्दी, स्क्रीनशॉट खिंच लिया करो। उस तो बाद फिर तुसी की करना है, अपने आप क्वेश्चन सॉल्व करने हैं दोबारा। नहीं समझ आएगा फिर सोल्यूशन नु देखा करो। ठीक है, क्योंकि जब तक तुसी अपना दिमाग नहीं लगाओगे कॉन्सेप्ट्स क्लियर नहीं होंगे। ठीक है, चलो नोट करो। नेक्स्ट क्वेश्चन, ये भी बहुत इजी है। ठीक है, परसेंटेज द क्वेश्चन है। चलो देख दे की कह रहे हैं, द सैलरी ऑफ अ मैन इज ₹50,000 पर मंथ। ठीक है, फ्रॉम विच ही स्पेंड्स 20% ऑन रेंट, 10% ऑफ द रिमेनिंग ऑन बिल्स, 20% ऑफ फर्दर रिमेनिंग ऑन मिसलेनियस एक्सपेंसेस। ठीक है, फ्रॉम द रिमेनिंग अमाउंट मैन गिव्स सम मनी टू हिज वाइफ एंड rest he invest in a mutual fund in the ratio of 4:5। ठीक है, find amount spent on rent in how much is less or more than amount invested in mutual fund। ठीक है, सो क्वेश्चन अपना पढ़ लिया, क्वेश्चन समझ लिया। सो ਹੁਣ ਆਪਾਂ ਕਰਦੇ ਹਾਂ ਕਿ ਦਿੱਤਾ ਮੈਨੂੰ ਕੀ ਹੋਇਆ। ਤੁਸੀਂ ਕੀ ਕਰਨਾ ਹੈ, ਸਟਾਰਟਿੰਗ ਦੇ ਵਿੱਚ ਇਸ 50,000 ਨੂੰ ਚੱਕ ਕੇ ਨਹੀਂ ਚੱਲਣਾ, ਨਹੀਂ ਤਾਂ ਕੈਲਕੂਲੇਸ਼ਨ ਵਿੱਚ ਹੀ ਲੱਗੇ ਰਹੋਗੇ। ਠੀਕ ਹੈ, तो मैं की मान लिया कि मेरी जो सैलरी है कितनी है 100 यूनिट्स। ठीक है, फिर उस तो बाद मैं 20% किस ते खर्चा किया है, रेंट ते खर्चा करता, रिमेनिंग कितना बच गया 80। सो जो थोड़ा 10% खर्चा होया ना बिल का वो रिमेनिंग ते होया है, यानी कि वो इस 80 रुपीज ते होया होगा। तो 10% ऑफ 80 कितना आएगा थोड़े कोल 8। ये तुसी की कीता है बिल ते खर्चा किया है, पिछे फिर थोड़े कोल कितना बच गया 70। ठीक है, 20% ऑन फर्दर रिमेनिंग, यानी कि हुन जो थोड़ा 20% खर्चा होया है ना वो थोड़ा 72 ते होया है, ना कि 100 ते ना कि 80 ते। ठीक है, 20% फर्दर रिमेनिंग ऑन मिसलेनियस एक्सपेंसेस। सो 72 दा 20% थोड़े कोल जो कैलकुलेट करके आएगा दैट इज 14.4। ठीक है, इतने फिर कितना आ जाएगा 6 बच गया। 11 ਦੇ ਵਿੱਚੋਂ ਤੁਸੀਂ 4 ਫੇਰ ਕੋ 7 5, ਸੋ ਕੁਝ 57 ਇਹੀ ਆਊਗਾ। ਇਹ ਕੀ ਹੋਇਆ ਸੀਗਾ ਮਿਸਲੇਨੀਅਸ ਐਕਸਪੈਂਸਿਸ ਸੀਗੇ। ਠੀਕ ਹੈ, ਮਾਈਨਸ ਕੀਤਾ ਹੈ ਤਾਂ ਮੇਰੇ ਕੋਲ ਹੁਣ ਜੋ ਵੈਲਿਊ ਬਚ ਗਈ 57.6। ਹੁਣ ਅੱਗੇ ਪੜ੍ਹਦੇ ਹਾਂ ਕੀ ਕਹਿ ਰਿਹਾ, ਫਰੋਮ ਦ ਰਿਮੇਨਿੰਗ ਅਮਾਊਂਟ, ਯਾਨੀ ਕਿ ਉਹ ਇਸ ਅਮਾਊਂਟ ਦੀ ਗੱਲ ਕਰ ਰਿਹਾ ਹੈ। ਮੈਨ ਗਿਵ ਸਮ ਮਨੀ ਟੂ ਹਿਜ਼ ਵਾਈਫ, ਇਸ ਦੇ ਵਿੱਚੋਂ ਕੁਝ ਹਿੱਸਾ ਆਪਣੀ ਵਾਈਫ ਨੂੰ ਦੇ ਦਿੰਦਾ ਹੈ। रेस्ट ही इन्वेस्ट इन म्यूचुअल फंड्स इन द रेशियो ऑफ 5:4। ठीक है, सर जो ਹੁਣ ਤੁਹਾਡੇ ਕੋਲ 57.6 ਬਚ ਗਿਆ ਉਸ ਦੇ ਵਿੱਚੋਂ ਇਹ ਦੋ ਜਗ੍ਹਾ ਪੈਸਾ ਲਗਾਉਂਦਾ ਹੈ
किस रेशो ਦੇ ਵਿੱਚ 5:4 ਦੇ ਵਿੱਚ। ठीक है। सो ਹੁਣ 5 ਵਾਲੀ ਵੈਲਿਊ ਹੈ ਉਹ ਕਿਸ ਨੂੰ ਦੇ ਰਿਹਾ ਹੈ, ਵਾਈਫ ਨੂੰ ਦੇ ਰਿਹਾ ਹੈ। ਠੀਕ ਹੈ। ਬਾਕੀ ਉਹ ਕੀ ਕਰ ਰਿਹਾ ਹੈ, ਉਸ ਤੋਂ ਬਾਅਦ ਉਹ ਕਰ ਰਿਹਾ ਹੈ ਮਿਊਚੁਅਲ ਫੰਡ ਦੇ ਵਿੱਚ ਇਨਵੈਸਟਮੈਂਟ। ਠੀਕ ਹੈ, ਮਿਊਚੁਅਲ ਫੰਡ ਦੇ ਵਿੱਚ ਇਨਵੈਸਟਮੈਂਟ ਕਰ ਰਿਹਾ ਹੈ। ਠੀਕ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਣੇ ਤੋਂ ਪੁੱਛਿਆ ਕੀ ਗਿਆ, ਫਾਈਂਡ ਅਮਾਊਂਟ ਸਪੈਂਟ ਔਨ ਰੈਂਟ ਇਜ਼ ਹਾਊ ਮਚ ਲੈਸ ਔਰ ਮੋਰ ਦੈਨ ਦਾ ਅਮਾਊਂਟ ਇਨਵੈਸਟਡ ਇਨ ਮਿਊਚੁਅਲ ਫੰਡ। ਕਹਿੰਦੇ ਜੋ ਪੈਸਾ ਆਪਣਾ ਇੱਥੇ ਲੱਗਿਆ ਹੈ ਰੈਂਟ ਤੇ, ਜਾਂ ਜੋ ਪੈਸਾ ਆਪਣਾ ਇੱਥੇ ਲੱਗਿਆ ਹੈ, ਠੀਕ ਹੈ, ਇਸ ਦਾ ਕੁਝ ਪਾਰਟ, ਕਿੰਨੇ ਫਰਕ ਹੈ ਉਹਨਾਂ ਦੇ ਵਿੱਚ ਆਪਸ ਦੇ ਵਿੱਚ। ਠੀਕ ਹੈ। ਸੋ ਹੁਣ ਪਹਿਲਾਂ ਤਾਂ ਤੁਹਾਨੂੰ ਇਸ ਦੀ ਐਗਜ਼ੈਕਟ ਵੈਲਿਊ ਮਿਊਚੁਅਲ ਫੰਡ ਦੀ ਪਤਾ ਹੋਣੀ ਚਾਹੀਦੀ ਹੈ। ਠੀਕ ਹੈ। ਸੋ ਕਿਵੇਂ ਕੈਲਕੂਲੇਟ ਕਰੋਗੇ, ਜੋ ਚੀਜ਼ ਪੁੱਛੀ ਹੈ ਉਹ ਉੱਪਰ 4 ਪੁੱਛਿਆ, ਨੀਚੇ ਫਿਰ ਰੇਸ਼ੋ ਦਾ ਟੋਟਲ ਇਨਟੂ 57.6। ਠੀਕ ਹੈ। ਇਸ ਨੂੰ ਤੁਸੀਂ ਸੋਲਵ ਕਰਕੇ ਦੇਖੋ, ਆਂਸਰ ਜੋ ਸੋਲਵ ਕਰਕੇ ਆਏਗਾ ਕਿੰਨਾ ਆਏਗਾ। ਸੌਰੀ ਫॉर द इंटरप्शन अगेन। ਚਲੋ ਜੀ, ਕੁਐਸਚਨ ਉੜ ਗਿਆ ਸੀਗਾ ਆਪਣਾ। ਹੁਣ ਉਮੀਦ ਕਰਦਾ ਸਭ ਕੋਲ ਉਹ ਡਾਟਾ ਹੋਏਗਾ। ਠੀਕ ਹੈ, ਨਹੀਂ ਹੈ ਤਾਂ ਵੀਡੀਓ ਨੂੰ ਇੱਕ ਜਗ੍ਹਾ ਪੌਜ਼ ਕਰ ਲਓ, ਫਿਰ ਨੋਟ ਕਰ ਲਓ। ਆਖਰੀ ਦੇ ਵਿੱਚ ਜੋ ਆਪਣੇ ਕੋਲ ਵੈਲਿਊ ਆਈ ਸੀ, ਕਿਵੇਂ ਆਈ ਸੀ, 4/9 ਆ ਗਿਆ ਜੀ। ਚਲੋ ਮੁਬਾਰਕਾਂ। ਠੀਕ ਹੈ, ਕਿੰਨਾ ਆ ਗਿਆ, 4/9 ਇੰਟੂ 57.6। ਠੀਕ ਹੈ। ਸੋ ਹੁਣ ਜਦੋਂ ਮੈਂ ਇਸ ਨੂੰ ਸੋਲਵ ਕੀਤਾ, ਮੇਰੇ ਕੋਲ ਜੋ ਵੀ ਆਏਗਾ ਆਂਸਰ ਪੁਆਇੰਟਸ ਦੇ ਵਿੱਚ ਆਏਗਾ, ਇਹ ਕੱਟਦਾ ਹੋਏਗਾ ਪੂਰਾ ਜੀ ਪੂਰਾ। ਠੀਕ ਹੈ। ਅਗਰ ਇਸ ਨੂੰ ਮੈਂ ਕੱਟਾਂ 9 ਦੇ ਟੇਬਲ ਤੇ ਤਾਂ ਇਹ ਜਾਏਗਾ ਤੁਹਾਡਾ 6 ਤੇ 54 4 6.4। ਠੀਕ ਹੈ। 6.4 ਨੂੰ ਤੁਸੀਂ 4 ਦੇ ਨਾਲ ਮਲਟੀਪਲਾਈ ਕਰ ਦਿਓ। 4 ਨਾਲ ਮਲਟੀਪਲਾਈ ਕਰਕੇ ਮੇਰੇ ਕੋਲ ਵੈਲਿਊ ਕਿੰਨੀ ਆ ਜਾਏਗੀ, 25.6। ਠੀਕ ਹੈ। ਸੋ ਹੁਣ ਇਸ ਦਾ ਰੈਂਟ ਕਿੰਨਾ ਹੈ, 20, ਤੇ ਉਧਰ ਡਿਫਰੈਂਸ ਦੇਖਣਾ ਹੈ ਆਪਾਂ 6 5। ਠੀਕ ਹੈ, 5.6 ਦਾ ਡਿਫਰੈਂਸ। तो ਤੁਸੀਂ ਹੁਣ ਸਿੱਧਾ ਕੀ ਕਰਨਾ ਹੈ, 50,000 ਦਾ 5.6% ਕੱਟ ਦੋਗੇ। ਠੀਕ ਹੈ। 50, ਹਾਂ ਕੁਛ ਐਵੇਂ ਹੀ ਹੋਊਗਾ। ਠੀਕ ਹੈ। ਫਿਰ ਉਸ ਤੋਂ ਬਾਅਦ ਜੋ ਤੁਹਾਡਾ ਆਂਸਰ ਆ ਜਾਏਗਾ, ਆਂਸਰ ਤੁਹਾਡਾ ਕਿੰਨਾ ਆਏਗਾ, 2800। ਕਲੀਅਰ ਹੋ ਗਿਆ। ਨੋਟ ਕਰ ਲਓ ਜਲਦੀ क्वेश्चन। चलो नेक्स्ट क्वेश्चन। नेक्स्ट क्वेश्चन ਜਿਹੜਾ ਆਪਣਾ ਆ ਰਿਹਾ ਹੈ ਤੁਹਾਡਾ ਸਭ ਦਾ ਫੇਵਰੇਟ ਚੈਪਟਰ ਹੈ ਪ੍ਰੋਬੇਬਿਲਿਟੀ। ਠੀਕ ਹੈ। ਸੋ ਹੁਣ ਤੁਸੀਂ ਆਪਣੇ ਦੇਖ ਲਓ, ਪ੍ਰੋਬੇਬਿਲਿਟੀ ਤੁਸੀਂ ਛੱਡ ਨਹੀਂ ਸਕਦੇ। ਆਲਮੋਸਟ ਹਰ ਇੱਕ ਪੇਪਰ ਦੇ ਵਿੱਚ ਪ੍ਰੋਬੇਬਿਲਿਟੀ ਜਾਂ ਪਰਮੂਟੇਸ਼ਨ ਕੰਬੀਨੇਸ਼ਨ ਦੋਨਾਂ ਚੋਂ ਇੱਕ ਚੈਪਟਰ ਤੇ ਇੱਕ ਕੁਐਸਚਨ ਆਂਦਾ ਹੀ ਆਂਦਾ ਹੈ। ਠੀਕ ਹੈ। ਸੋ ਹੁਣ ਇਹ ਕੁਐਸਚਨ ਦੇਖੋ, ਅ ਬੈਗ ਹੈਜ਼ 7 ਰੈਡ, ਜੋ ਗਿਵਨ ਹੈ ਲਿਖੀ ਜਾਓ। ठीक है। रेड बॉल्स किनिया ने 7, वाइट बॉल्स किनिया ने 4, ते ग्रीन बॉल्स किनिया ने 3। ठीक है। वाइल अनदर बैग, यह मान लो कि यह केड़ा बैग है, बैग 1। ठीक है। फिर उस तो बाद एक दूसरा बैग है जिस दे विच रेड बॉल्स किनिया ने 5, येलो बॉल्स किनिया ने 6 ते ब्लू बॉल्स किनिया ने 3। ठीक है। तो यह बैग केड़ा है, सेकंड। इतने तक क्लियर हो गया।
ਸੋ ਹੁਣ ਅਗਰ ਮੈਂ ਗੱਲ ਕਰਾਂ ਟੋਟਲ ਬਾਲਸ ਮੇਰੇ ਕੋਲ ਕਿੰਨੀਆਂ ਨੇ, ਇੱਧਰ 14, ਇੱਧਰ ਮੇਰੇ ਕੋਲ ਟੋਟਲ ਬਾਲਸ ਕਿੰਨੀਆਂ ਨੇ 14, ਠੀਕ ਹੈ। ਅੱਗੇ ਮੇਥੋਂ ਪੁੱਛਿਆ ਕੀ ਹੈ, ਅ ਬੈਗ ਇਜ਼ ਸਿਲੈਕਟਡ ਐਟ ਰੈਂਡਮ ਐਂਡ ਅ ਬਾਲ ਇਜ਼ ਡਰਾਨ ਆਊਟ ਆਫ ਇਟ। ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਬੈਗ ਚੱਕਿਆ ਗਿਆ, ਠੀਕ ਹੈ, ਉਸ ਤੋਂ ਬਾਅਦ ਇੱਕ ਵੀ ਬਾਲ ਕੱਢੀ, ਦੈਨ ਫਾਈਂਡ ਦਾ ਪ੍ਰੋਬੇਬਿਲਿਟੀ ਦੈਟ ਦਾ ਬਾਲ ਡਰਾਨ ਇਜ਼ ਰੈਡ। ਦੱਸੋ ਮੇਰੀ ਰੈਡ ਦੀ ਪ੍ਰੋਬੇਬਿਲਿਟੀ ਕੀ ਹੋਏਗੀ, ਠੀਕ ਹੈ। ਸੋ ਹੁਣ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਮੈਂ ਇਹ ਬੈਗ ਚੱਕਦਾ ਤਾਂ ਮੇਰੀ ਰੈਡ ਦੀ ਪ੍ਰੋਬੇਬਿਲਿਟੀ ਕਿੰਨੀ ਹੋਏਗੀ, 7/14, ਠੀਕ ਹੈ। ਫਿਰ ਉਸ ਤੋਂ ਬਾਅਦ ਅਗਰ ਮੈਂ ਸੈਕਿੰਡ ਬੈਗ ਚੱਕਦਾ ਉੱਥੇ ਮੇਰੀ ਜੋ ਪ੍ਰੋਬੇਬਿਲਿਟੀ ਹੈ ਉਹ ਕਿੰਨੀ ਹੋਏਗੀ, 5/14। ਹੁਣ ਤੁਸੀਂ ਕਾਫੀ ਜਾਣੇ ਸੋਚ ਰਹੇ ਹੋਵੋਗੇ ਕਿ ਇਹ ਮੈਂ ਪਲੱਸ ਕਿਉਂ ਪਾਇਆ। इसीलिए पाया क्योंकि बैग भी की है अपने कोल 2 है, ਤਾਂ ਬੈਗ ਦੀ ਪ੍ਰੋਬੇਬਿਲਿਟੀ ਵੀ ਕੀ ਹੈ, ਕਾਊਂਟ ਹੋਏਗੀ। ਯਾਨੀ ਕਿ ਕਿੰਨੇ ਬੈਗ ਨੇ, 2, ਤਾਂ ਦੋਨਾਂ ਦੇ ਵਿੱਚੋਂ ਇੱਕ ਟਾਈਮ ਤੇ ਤਾਂ ਇੱਕ ਦੇ ਵਿੱਚ ਹੀ ਆਪਾਂ ਹੈਂਡ ਪਾ ਸਕਦੇ ਹਾਂ, ਠੀਕ ਹੈ। ਤਾਂ 1/2 ਕੀ ਆ ਗਿਆ, ਬਾਹਰ ਆ ਗਿਆ। ਫਿਰ ਇਸ ਨੂੰ ਤੁਸੀਂ ਫਰਦਰ ਸੋਲਵ ਕਰ ਦਿਓ, न्यूमिनेटर ऐड हो जाएगा 12/14 टू 6 आ गया। तो 6/14 ਨੂੰ ਫਰਦਰ ਤੁਸੀਂ ਕੱਟ ਦਿਓ 3/7, ਠੀਕ ਹੈ। ਸੋ 3/7 ਤੁਹਾਡਾ ਕਿਹੜੇ ਆਪਸ਼ਨ ਤੇ ਹੈ, ਸੀ ਆਪਸ਼ਨ ਤੇ। ਇਸ ਕੁਐਸਚਨ ਦਾ ਆਨਸਰ ਤੁਹਾਡਾ ਕਿੰਨਾ ਹੋ ਗਿਆ, ਬੀ ਆਪਸ਼ਨ, ਯਾਨੀ ਕਿ 3/7, ਠੀਕ ਹੈ। ਸੋ ਉਮੀਦ ਕਰਦਾ ਸਭ ਨੂੰ ਅੱਜ ਦਾ ਲੈਕਚਰ ਇੰਟਰਸਟਿੰਗ ਲੱਗਿਆ ਹੋਊਗਾ। ਸੀਰੀਜ਼ ਫੋਲੋ ਕਰਦੇ ਰਹੋ, ਜ਼ਰੂਰ ਆਪਣੇ ਵਿੱਚ ਤੁਸੀਂ ਇੱਕ ਇੰਪਰੂਵਮੈਂਟ ਦੇਖੋਗੇ, ਠੀਕ ਹੈ। ਸੋ ਆਉਣ ਵਾਲੇ ਕਾਫੀ ਪੇਪਰ ਨੇ, ਤਿਆਰੀ ਕਰਦੇ ਰਹੋ, ਸੀਰੀਜ਼ ਦੇਖਦੇ ਰਹੋ। ਆਉਣ ਵਾਲੇ ਕੁਝ ਟਾਈਮ ਦੇ ਵਿੱਚ ਆਪਾਂ ਕੁਝ ਨਵੀਂ ਸੀਰੀਜ਼ ਵੀ ਸਟਾਰਟ ਕਰਾਂਗੇ ਜੋ ਉਮੀਦ ਹੈ ਕਿ ਤੁਹਾਡੇ ਵਾਸਤੇ ਉਹ ਹੈਲਪਫੁਲ ਹੋਏਗੀ, ਠੀਕ ਹੈ ਜੀ। ਸੋ ਥੈਂਕ ਯੂ ਫॉर ਵਾਚਿੰਗ।